Hello and welcome to the video। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੈਂਟਰਲ ਆਈਡੀਆ ਕਰਾਂਗੇ ਸਾਰੀਆਂ ਪੁਆਇੰਟਸ ਦਾ ਜਿਹੜੀਆਂ ਵੀ ਮਤਲਬ ਦੋ ਆਈ ਥਿੰਕ ਆਈ ਹੈਵ ਟੇਕਨ ਹੇਅਰ 2 to 3 ਪੋਇਮਸ ਠੀਕ ਹੈ ਜਿਹੜੀਆਂ ਮੈंने ਲਈਆਂ ਨੇ ਤੇ ਜਿਹੜੀਆਂ ਬਹੁਤ ਹੀ ਜ਼ਿਆਦਾ ਐਕਸਟ੍ਰੀਮਲੀ ਇੰਪੋਰਟੈਂਟ ਨੇ ਆਪਣੇ ਐਗਜ਼ਾਮ ਦੇ ਲਈ ਤੇ ਜਿਹੜੇ ਕੁਐਸਚਨ ਮੈਂ ਕਰਵਾਉਂਗੀ ਨਾ ਇਸ ਵੀਡੀਓ ਦੇ ਵਿੱਚ ਸਾਰੇ रिपीटेड क्वेश्चन ने तीन बार आए हुए ने ते poems ਦੇ ਵਿੱਚ ਤਾਂ mostly central idea ही आंदा ਹੁੰਦਾ है। So let's get started with the video without any further ado। पहली poem ਆਪਾਂ ਕਰਾਂਗੇ prayer of the woods ਦਾ central idea। The poem underlines the importance of woods in human life। Wood gives man heat in cold winter and shade in hot summer। ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ woods ਦੀ ਕੀ ਮਹੱਤਤਾ ਹੈ ਲੈਸਨ ਆਪਾਂ ਨੂੰ ਦੱਸਦੇ poem ਆਪਾਂ ਨੂੰ ਦੱਸਦੀ ਹੈ ਕਿ ਜਿਹੜੀਆਂ ਲੱਕੜਾਂ ਨੇ ਆਪਾਂ ਨੂੰ ਸਮਰ ਕੋਲਡ ਵਿੰਟਰ ਮਤਲਬ ਠੰਡ ਦੇ ਵਿੱਚ ਹੀਟ ਦਿੰਦੀਆਂ ਨੇ ਤੇ ਛਾਂ ਦਿੰਦੀਆਂ ਨੇ ਗਰਮੀ ਦੇ ਵਿੱਚ they give him fruit to make refreshing juice to quench their thirst। ਕਹਿੰਦੇ ਇਹ ਸਾਨੂੰ ਫਰੂਟ ਦਿੰਦੀਆਂ ਨੇ ਜਿਹੜੀਆਂ ਕਿ ਜੂਸ ਬਣਾਉਣ ਦੇ ਕੰਮ ਆਉਂਦੀਆਂ ਨੇ ਜਿਹਦੇ ਨਾਲ ਆਪਣੀ ਪਿਆਸ ਜਿਹੜੀ ਆ ਉਹ ਬੁਝ ਜਾਂਦੀ ਹੈ। The wood is used to make items like beam, the door, the table, the bed, the board, etc. The wood accompanies man from birth till death। ਕਹਿੰਦੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀਆਂ ਲੱਕੜਾਂ ਨੇ ਉਹ ਸਾਥ ਦਿੰਦੀਆਂ ਨੇ। Thus the woods give mankind feelings and loveliness therefore they should not be harmed। ਜਿਸ ਕਾਰਨ ਆਪਾਂ ਨੂੰ ਇਹਨਾਂ ਨੂੰ harm ਨਹੀਂ ਕਰਨਾ ਚਾਹੀਦਾ। ਤੁਸੀਂ ਇਹਦੇ ਵਿੱਚ ਆਪਣੇ ਲਾਈਨਸ ਵੀ ਐਡ ਕਰ ਸਕਦੇ ਹੋ ਠੀਕ ਹੈ। ਅੱਗੇ ਆ ਜਾਂਦਾ ਸੈਂਟਰਲ ਆਈਡੀਆ ਆਫ ਦ ਪੋਇਮ having friends ठीक है the friendship वाली जड़ी poem है the poem glorifies the virtues and advantages of having advantages of having friends कहते friends होने दा की benefit है ਆਪਾਂ ਨੂੰ poem ਦੱਸਦੀ ਹੈ। a friend is God's way of answering our needs कहते ਜਿਹੜਾ ਇੱਕ friend ਹੈ ਇਹ God ਦਾ ਤਰੀਕਾ ਹੁੰਦਾ ਹੈ ਆਪਣੀ ਜ਼ਰੂਰਤਾਂ ਦਾ ਆਨਸਰ ਦੇਣ ਦੇ ਲਈ। we nurture a bond of friendship with love in return we get thanks। a friend gives us support in all times ਕਹਿੰਦੇ ਜਿਹੜਾ friend ਹੈ ਸਾਰੇ ਸਮਿਆਂ ਦੇ ਵਿੱਚ ਆਪਾਂ ਨੂੰ support ਕਰਦਾ ਹੈ। he gives us warmth in trouble times ਕਹਿੰਦੇ ਆਪਾਂ ਨੂੰ ਜਿਹੜੇ ਆਪਣੇ ਦੁਖਦ ਸਮਾਂ ਹੁੰਦਾ ਹੈ ਜਿਹੜੇ ਮੁਸ਼ਕਿਲ ਸਮਾਂ ਹੁੰਦਾ ਹੈ ਉਸ ਵਿੱਚ ਆਪਾਂ ਨੂੰ ਸਹਾਰਾ ਦਿੰਦਾ ਹੈ। one can agree or disagree with him without fear of any kind ਕਹਿੰਦੇ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਜੇ ਆਪਾਂ ਉਸ ਨਾਲ agree ਕਰ ਰਹੇ ਹਾਂ ਜਾਂ disagree ਕਰ ਰਹੇ ਹਾਂ ਉਸ ਦੀ ਗੱਲ ਦੇ ਨਾਲ ਆਪਾਂ ਖੁੱਲ ਕੇ ਉਸ ਨੂੰ ਸਾਰਾ ਕੁਝ ਦੱਸ ਸਕਦੇ ਹਾਂ। a friend can read our thoughts even if we do not express them ਕਹਿੰਦੇ ਜਿਹੜਾ ਇੱਕ ਦੋਸਤ ਹੁੰਦਾ ਹੈ ਸੱਚਾ ਮਿੱਤਰ ਹੁੰਦਾ ਹੈ ਉਹ ਆਪਣੇ ਖਿਆਲਾਂ ਨੂੰ ਪੜ੍ਹ ਸਕਦਾ ਹੈ ਜੇ ਆਪਾਂ ਉਹਨਾਂ ਨੂੰ ਐਕਸਪ੍ਰੈਸ ਨਾ ਕਰੀਏ ਤਾਂ ਵੀ। we can share our joys and sorrows with him to refresh our heart ਕਹਿੰਦੇ ਆਪਾਂ ਆਪਣੀਆਂ ਖੁਸ਼ੀਆਂ ਤੇ ਆਪਣੇ ਦੁੱਖ ਉਸ ਨਾਲ ਸਾਂਝੇ ਕਰ ਸਕਦੇ ਹਾਂ ਜਿਸ ਨਾਲ ਆਪਣਾ ਜਿਹੜਾ ਦਿਲ ਹੈ ਉਹ ਖੁਸ਼ ਹੋ ਜਾਂਦਾ ਹੈ ਰਿਫਰੈਸ਼ ਹੋ ਜਾਂਦਾ ਹੈ। ਅਗਲੀ ਪੋਇਮ ਆ ਜਾਂਦੀ ਹੈ oak tree। they watch the children at play they are reminded of the joyful and carefree day of the childhood and youth they share the playful moments of the children just wait। ਇਹ ਕਿਹੜੀ ਪੋਇਮ ਹੈ the friendship ਨੇ on friendship ਸੀਗੀ ਹਾਂਜੀ। ਹੁਣ echoing green ਇਹ ਹੈਗੇ third poem। ਇਸ ਵੀਡੀਓ ਵਿੱਚ ਆਪਾਂ 3 poems ਕਰ ਰਹੇ ਹਾਂ। echoing green ਜਿਹੜੀ poem ਹੈ the poem traces the progress of human life at different stages ਕਹਿੰਦੇ ਵੀ ਕਿਵੇਂ ਇੱਕ human ਜਿਹੜੀ life ਹੈ ਉਹ ਆਪਣੀ ਤਰੱਕੀ ਕਰਦੀ ਹੈ different stages ਤੇ। the green space comes to life with the shouts of children and the songs of birds। the people relax under an oak tree they watch the children at play they are reminded of their joyful and careful days of childhood and the youth ਕਹਿੰਦੇ ਕਵਿਤਾ ਮਨੁੱਖੀ ਜੀਵਨ ਦੀ ਭਿੰਨ-ਭਿੰਨ ਪੜਾਵਾਂ ਦੇ ਕੀਤੀ ਪ੍ਰਗਤੀ ਨੂੰ ਉਲੀਕਦੀ ਹੈ। ਹਰੀ ਭਰੀ ਥਾਂ ਬੱਚਿਆਂ ਦੇ ਸ਼ੋਰ ਸ਼ਰਾਬੇ ਤੇ ਪੰਛੀਆਂ ਦੇ ਗਾਣਿਆਂ ਨਾਲ ਜੀਵਿਤ ਹੋ ਉੱਠਦੀ ਹੈ। ਬੁੱਢੇ ਲੋਕ ਬਲੂਤ ਦੇ ਦਰਖਤ ਹੇਠਾਂ ਆਰਾਮ ਕਰਦੇ ਹਨ ਉਹ ਬੱਚਿਆਂ ਨੂੰ ਖੇਡਦਾ ਵੇਖਦੇ ਹਨ ਉਹਨਾਂ ਨੂੰ ਆਪਣੇ ਬਚਪਨ ਅਤੇ ਜਵਾਨੀ ਦੀ ਖੁਸ਼ੀ ਭਰੇ ਅਤੇ ਚਿੰਤਾ ਮੁਕਤ ਦਿਨਾਂ ਦੀ ਯਾਦ ਆ ਜਾਂਦੀ ਹੈ। ਮਨੋਰੰਜਨ ਨਾਲ ਭਰਿਆ ਦਿਨ ਬਤੀਤ ਕਰਨ ਤੋਂ ਬਾਅਦ ਸੂਰਜ ਡੁੱਬਣ ਤੇ ਬੱਚੇ ਘਰ ਵਾਪਸ ਆ ਜਾਂਦੇ ਹਨ। ਇਸੇ ਤਰ੍ਹਾਂ ਬੁੱਢੇ ਲੋਕ ਵੀ ਜੀਵਨ ਦੇ ਸੂਰਜ ਡੁੱਬਣ ਯਾਦ ਬਾਅਦ ਰੱਬ ਦੇ ਘਰ ਚਲੇ ਜਾਂਦੇ ਹਨ। ਤਾਂ ਇੱਥੇ ਕੁਝ ਕੰਪਰੀਹੈਂਸ਼ਨ ਬੇਸਡ ਕੁਐਸਚਨ ਨੇ ਪੋਇਮ ਹੈ ਪਹਿਲਾਂ ਸੌਰੀ ਤੁਹਾਨੂੰ ਏਦਾਂ ਕੰਪਰੀਹੈਂਸ਼ਨ ਦਿੱਤਾ ਹੋਏਗਾ ਫਿਰ ਕੁਐਸਚਨ ਪੁੱਛੇ ਜਾਣਗੇ ਨੇਮ ਦਾ ਪੋਇਟ ਐਂਡ ਦਾ ਪੋਇਮ। the poet name of the poem is prayer of the woods ਤੇ ਜਿਹੜਾ ਦਾ ਪੋਇਟ ਹੈ anonymous ਹੈ। anonymous ਮਤਲਬ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੌਣ ਹੈ ਠੀਕ ਹੈ। how can the woods give us heat as well as coldness। burning wood in winters give us heat and in hot summer wood give us shade ਕਹਿੰਦੇ burning wood ਜਦੋਂ ਆਪਾਂ ਲੱਕੜ ਨੂੰ ਜਲਾਵਾਂਗੇ ਸਰਦੀਆਂ ਦੇ ਵਿੱਚ ਤਾਂ ਆਪਾਂ ਨੂੰ ਗਰਮੀ ਮਿਲੇਗੀ but hot summers ਦੇ ਵਿੱਚ ਜਿਹੜੀ ਆਪਾਂ ਨੂੰ woods ਹੈ shade ਦਿੰਦੀ ਹੈ। name
name the figure of the speech, speed नहीं इत्थे speed आएगा, used in the line the friendly shade screening you from the summer sun. इत्थे personification, friendly shade मतलब shade is non-living thing and it is considered to be friendly, that means we are personifying shade. So the figure of speech used is personification. Screening you from the summer sun, इत्थे जिहड़ा एक consonant है वो repeat हो रहा है summer sun, तो इत्थे alliteration used हुई है. List the things woods give us. Woods give us furniture, fruits and handles for tools. What does the phrase refreshing draughts refer to? It refers to the juicy fruits. I am the handle, harm me not. फिर एक और comprehension दिता हुआ है. Write down the line in the poem that explain the statement the wood accompanies us from birth till death. The wood of your cradle and the shell of your coffin explains the above statement. कहंदे भी किवें पता चलदा है भी जिहड़ी ਲੱਕੜ है अपना जन्म तो मरण तक साथ दिंदी है. कहंदे wood of the cradle, cradle मतलब जिहड़ा वो झूला हुंदा है जिहड़ा आपां देखदे हां जवाक जब पैदा हुंदा है या फिर जब कोई बच्चा हुंदा है तां वो जिहड़ा झूले दे विच हुंदा है ਲੱਕੜ ਦਾ ਹੁੰਦਾ है, ते जिहड़ा शैल हुंदा है कॉफिन ਦਾ यानी कि कफन ਦਾ जिहड़ा शैल हुंदा है ਉਹ ਵੀ ਲੱਕੜ ਦਾ ਹੀ ਹੁੰਦਾ ਹੈ बेसिकली. जे तुसीं देखिया होगा क्रिश्चियंस ਦੇ ਵਿੱਚ ਦਫਨਾਉਂਦੇ ਨੇ ਤਾਂ कॉफिन ਜਿਹੜਾ ਲੱਕੜ ਦਾ ਬਣਿਆ ਹੁੰਦਾ ਹੈ, ਹਾਲਾਂਕਿ ਇਨ ਹਿੰਦੂਜ਼ ਐਂਡ ਇਨ ਸਿੱਖਸ ਇਦਾਂ ਨਹੀਂ ਹੁੰਦਾ, ਪਰ ਉੱਥੇ ਵੀ ਲੱਕੜਾਂ ਦੇ ਨਾਲ ਹੀ ਜਲਾਇਆ ਜਾਂਦਾ ਹੈ. ਠੀਕ ਹੈ, ਲੱਕੜਾਂ ਦੇ ਉੱਤੇ रख के जलाया जाता बॉडी नो. दैट मीन्स के दैट लकड़ is very much important. I am the breed of kindness and bread of kindness, flower of beauty. This means the woods give us kind feelings and loveliness. ठीक है. Who is the speaker in the poem? Woods are the speaker in the poem. What is the prayer of the woods to the human beings? The woods pray not to harm them. वो woods की कहंदियां ने कि उन्हां नूं harm ना करो. फिर उस तो बाद पैसेज दिता होया on friendship poem. तो name the poet. The poet is on friendship and the poet is Khalil Gibran. Khalil Gibran. What is the most important thing one can give to a friend? Love is the most important thing that one can give to a friend. How is friend our fireside? Our friend is our fireside because he provides us warmth in cold and turbulent times. Turbulent means मुश्किल समयां दे विच. When we shower our friends with love, what do we earn in return from them? When we shower our friends with love, we earn their trust and loyalty of friendship in return. Okay, next question is, for that which you love is caught. A mountain appears more clear when one is on the plain at some distance away. How does the poet relate this statement to understand the value of a friend? It means that the worth of friend is known better when he is away from us. कहंदे एक दोस्त दी महत्ता उदों पता चलदी जदों अपने तो दूर हुंदा है. What should be the main purpose of friendship? Friendship दा की मित्रता दा main purpose की होना चाहिए? The main purpose of friendship should be the deepening of the spirit. List all the qualities of a true friend should have according to Khalil Gibran. कहंदे सच्चे मित्र दियां केड़ियां qualities ने? Should have qualities of pure love, mutual understanding and self devotion. Next question, a true friend is one with whom we can share our, and the answer is joys and sorrows. जिहदे नाल आपां अपने दुख ते खुशियां साझियां कर सकदे हां. तीजी poem दा comprehension. What was the worst, weary, descend and the rest suggest? These words together suggest the progress of human life through its different stages. Man works all his life. When he gets tired, the sun descends on all his activities. After his life comes to an end, he takes eternal rest in the grave. ਕਹਿੰਦੇ ਜੀਵਨ ਦੇ ਵਿੱਚ ਮੈਂ ਤੁਹਾਨੂੰ ਸਮਰੀ ਦੇ ਵਿੱਚ ਦੱਸਿਆ ਸੀ ਵੀ ਭਿੰਨ ਸਟੇजेस ਦੇ ਬਾਰੇ ਦੱਸਦਾ ਹੈ ਕਿ ਜਦ ਮਨੁੱਖ ਥੱਕ ਜਾਂਦਾ ਹੈ ਤਾਂ ਜਿਹੜਾ ਸੂਰਜ ਢਲ ਜਾਂਦਾ ਹੈ ਤੇ ਉਹਦੀ ਸਾਰੀ ਐਕਟੀਵਿਟੀਜ਼ ਵੀ ਘਟ ਜਾਂਦੀਆਂ ਨੇ. ਜਦੋਂ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਤਾਂ ਉਹ ਗ੍ਰੇਵ ਦੇ ਵਿੱਚ ਜਾ ਕੇ ਰੈਸਟ ਕਰਦਾ ਹੈ. ठीक है. Name the things that take rest at the end of the day. Birds take rest in the nest. Children take rest in the laps of their mothers. कहते ਜਿਹੜੇ birds ने ਉਹ nest ਦੇ ਵਿੱਚ rest ਕਰਦੀਆਂ ਨੇ ਤੇ ਜਿਹੜੇ ਜਵਾਕ ਜਿਹੜੇ children ਨੇ ਉਹ rest ਕਰਦੇ ਨੇ ਆਪਣੀ mothers ਦੀਆਂ laps ਗੋਦੀਆਂ ਦੇ ਵਿੱਚ. Why has the echoing green became the darkening green? ਕਹਿੰਦੇ ਜਿਹੜਾ echoing green ਹੈ ਇਹ darkening green ਕਿਉਂ ਬਣ ਗਿਆ ਹੈ? ठीक है. ਤਾਂ ਇਸ ਦਾ ਅਰਥ ਹੈ the children stop playing with the sunset, it makes the echoing green the darkening green. कहते जब वो stop playing मतलब ਜਿਹੜੇ ਬੱਚੇ ਨੇ ਉਹ रुक ਜਾਂਦੇ ਨੇ खेलन तो. ठीक है. जब सनसेट हो जाता है तो echoing green की हो जाता है darkening green हो जाता है. फिर name the figure of the speech used in the lines. Anyone. Many sisters and brothers like birds in the nest are ready for the nest. Simile.
ठीक है। लाइक आ गया ना, जिथे लाइक या एज आ जाता, सिमिली होंगी है। नैक्सट आ गया फिर एक होर कॉम्प्रीहेंशन, द सन डज डैश इकोइंग ग्रीन, नेम द पोएम एंड द पोइट, द नेम ऑफ द पोएम इज इकोइंग ग्रीन एंड द पोइट इज विलियम Blake. Name the birds which sing to welcome spring. Skylark and thrush sing to welcome spring. What purpose does the ringing of the merry bells serve in the poem? The merry bells are ringing to welcome the spring. How can you say that the mood in the poem is happy and carefully celebrating a close bond between man and the nature? Playing children, singing birds, ringing bells to welcome spring signify the happy and केयर फ्री मूड। कहते जेडे खेलते हुए बच्चे ने, सिंगिंग बर्ड्स ने, रिंगिंग बेल्स ने, टू वेलकम स्प्रिंग ऑफ स्प्रिंग द वेलकम कर रहे हैं, सिग्निफाई द हैप्पी एंड केयर फ्री मूड। So this was all for the video. I hope you liked and enjoyed it. I will be coming up with more such videos. Till then, take care of yourself, keep showering and supporting me.